Thanks for watching. Don't forget to like the video. And don't forget to subscribe. हाय बच्चियों, ਅੱਜ ਦਾ ਆਪਣਾ ਟੌਪਿਕ ਹੈ ਸੰਘਰਸ਼। ਸੰਘਰਸ਼ ਕੀ ਚੀਜ਼ ਹੁੰਦੀ ਹੈ, ਕੀ ਇਸ ਦੇ ਮਾਇਨੇ ਹਨ, ਆਓ ਤੁਹਾਨੂੰ ਇਸ ਕਹਾਣੀ ਜ਼ਰੀਏ ਦੱਸਦੇ ਹਾਂ। ਕਹਾਣੀ ਸੁਣਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੋਲ ਹੀ ਪ੍ਰੈਸ ਬੈਲ ਆਈਕਨ ਦੇ ਬਟਨ ਨੂੰ ਕਲਿੱਕ ਕਰ ਦਿਓ ਤਾਂ ਕਿ ਮੇਰੀ ਹਰ ਨਿਊ ਸ਼ਾਇਰੀ ਤੇ ਸੱਚੀਆਂ ਸਟੋਰੀਆਂ ਤੇ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਤਾਂ ਚਲੋ ਸ਼ੁਰੂ ਕਰਦੇ ਹਾਂ। ਇੱਕ ਨੇੜਲੇ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਜਿਸ ਨੂੰ ਅਮੀਰ ਬਣਨ ਦਾ ਖੁਆਬ ਸੀ ਤੇ ਉਹ ਕਿਸਾਨ ਰੋਜ਼ ਖੇਤ ਜਾਂਦਾ, ਖੂਬ ਮਿਹਨਤ ਕਰਦਾ। ਇੱਕ ਦਿਨ ਉਸਨੇ ਆਪਣੇ ਕੁਝ ਕਿਸਾਨਾਂ ਦੇ ਜੋ ਨੇੜਲੇ ਖੇਤਾਂ ਵਾਲੇ ਸਨ ਉਹਨਾਂ ਦੀਆਂ ਫਸਲਾਂ ਨੂੰ ਡਿੱਗਿਆ ਹੋਇਆ ਪਾਇਆ। ਉਸਨੇ ਸੋਚਿਆ ਕਿ ਜੇ ਮੇਰੀ ਫਸਲ ਵੀ ਇੱਦਾਂ ਹੀ ਡਿੱਗ ਗਈ ਤਾਂ ਮੈਂ ਕੀ ਕਰਾਂਗਾ। ਤਦ ਉਸ ਦੇ ਮਨ ਵਿੱਚ ਇੱਕ ਖਿਆਲ ਆਇਆ। ਉਸਨੇ ਪੂਜਾ ਪਾਠ ਜੋ ਵੀ ਯੱਗ ਹਵਨ ਕਰਨਾ ਸੀ ਉਹ ਕੀਤਾ। ਫਿਰ ਰੱਬ ਪ੍ਰਗਟ ਹੋਇਆ ਤੇ ਰੱਬ ਨੇ ਉਸ ਨੂੰ ਕਿਹਾ, ਤੂੰ ਮੈਨੂੰ ਆਪਣੀ ਪੂਜਾ ਪਾਠ ਨਾਲ ਪ੍ਰਸੰਨ ਕੀਤਾ ਹੈ, ਤੂੰ ਮੰਗ ਕੀ ਮੰਗਦਾ ਹੈ। ਤਾਂ ਉਸ ਕਿਸਾਨ ਨੇ ਕਿਹਾ, ਹੇ ਪ੍ਰਭੂ, ਵੀ ਜਿਵੇਂ ਜਿਵੇਂ ਮੈਂ ਚਾਹਾਂਗਾ ਤੈਨੂੰ ਉਸ ਟਾਈਮ ਹੀ ਪਾਣੀ ਦੇਣਾ ਪਵੇਗਾ। ਜਿਸ ਟਾਈਮ ਮੈਂ ਹਵਾ ਮੰਗਾਂਗਾ ਉਸ ਟਾਈਮ ਹੀ ਤੈਨੂੰ ਹਵਾ ਦੇਣੀ ਪਵੇਗੀ ਤੇ ਜਿਸ ਟਾਈਮ ਮੈਂ ਧੁੱਪ ਮੰਗਾਂਗਾ ਉਸ ਟਾਈਮ ਹੀ ਤੈਨੂੰ ਧੁੱਪ ਦੇਣੀ ਪਵੇਗੀ। ਇੰਨਾ ਕਹਿ ਕੇ ਰੱਬ ਉਸ ਨੂੰ ਵਚਨ ਦੇ ਕੇ ਉੱਥੋਂ ਚਲੇ ਗਏ। ਫਿਰ ਉਸ ਦੀ ਫਸਲ ਥੋੜ੍ਹੀ ਵੱਡੀ ਹੋਈ ਤਾਂ ਉਸਨੇ ਰੱਬ ਨੂੰ ਕਿਹਾ, ਹੇ ਰੱਬਾ, ਮੈਨੂੰ ਧੁੱਪ ਨਹੀਂ ਚਾਹੀਦੀ, ਮੈਨੂੰ ਪਾਣੀ ਦਿਓ। ਰੱਬ ਨੇ ਪਾਣੀ ਦੇ ਦਿੱਤਾ। ਫਿਰ ਉਸ ਦੀ ਫਸਲ ਥੋੜ੍ਹੀ ਵੱਡੀ ਹੋਈ। ਫਿਰ ਉਸਨੇ ਕਿਹਾ, ਹੇ ਰੱਬਾ, ਮੈਨੂੰ ਪਾਣੀ ਨਹੀਂ, ਮੇਰੀ ਫਸਲ ਨੂੰ ਹਵਾ ਦਿਓ। ਜਦ ਉਸ ਦੀ ਫਸਲ ਥੋੜ੍ਹੀ ਹੋਰ ਵੱਡੀ ਹੋਈ, ਹੇ ਰੱਬਾ, ਮੈਨੂੰ ਹੁਣ ਨਾ ਤਾਂ ਪਾਣੀ ਤੇ ਨਾ ਹਵਾ, ਹੁਣ ਮੈਨੂੰ ਧੁੱਪ ਦਿਓ। ਇੱਕ ਦਿਨ ਉਹ ਆਇਆ ਜਦ ਸਾਰੇ ਕਿਸਾਨਾਂ ਦੀ ਫਸਲ ਵੱਢਣ ਦਾ ਟਾਈਮ ਹੋ ਗਿਆ ਸੀ। ਵਿਸਾਖ ਦਾ ਮਹੀਨਾ ਸੀ। ਕਣਕਾਂ ਸੁੱਕੀਆਂ ਸੋਨੇ ਰੰਗੀਆਂ ਚਮਕਦੀਆਂ ਸੀ। ਕਿਸਾਨ ਆਪਣੀ ਫਸਲ ਨੂੰ ਵੇਖ ਕੇ ਬੜਾ ਖੁਸ਼ ਹੋਇਆ ਕਿਉਂਕਿ ਉਸ ਦੀ ਫਸਲ ਸੋਨੇ ਵਰਗੀ ਚਮਕ ਰਹੀ ਸੀ। ਉਸ ਦੇ ਮਨ ਵਿੱਚ ਖਿਆਲ ਆਇਆ ਕਿ ਜਿਹਾ ਮੈਂ ਚਾਹਿਆ ਸੀ ਉਸੇ ਤਰ੍ਹਾਂ ਹੋਇਆ। ਨਾ ਹੀ ਮੇਰੀ ਫਸਲ ਨੂੰ ਕੋਈ ਸੰਘਰਸ਼ ਕਰਨਾ ਪਿਆ ਤੇ ਇੰਨੇ ਵਧੀਆ ਫਸਲ ਵੀ ਹੋ ਗਈ। ਜਦ ਉਸਨੇ ਆਪਣੀ ਫਸਲ ਦੀ ਕਟਾਈ ਸ਼ੁਰੂ ਕੀਤੀ ਤਾਂ ਉਸਦੀ ਫਸਲ ਦੇ ਵਿੱਚੋਂ ਇੱਕ ਵੀ ਅਨਾਜ ਦਾ ਦਾਣਾ ਨਹੀਂ ਸੀ ਨਿਕਲਿਆ। ਜਦ ਕਿ ਨਾਲ ਦੇ ਕਿਸਾਨਾਂ ਦੇ ਵਧੀਆ ਖੇਤੀ ਹੋ ਰਹੀ ਸੀ ਤੇ ਵਧੀਆ ਦਾਣੇ ਨਿਕਲ ਰਹੇ ਸੀ। ਉਹ ਸਿਰ ਤੇ ਹੱਥ ਮਾਰ ਕੇ ਰੋਣ ਲੱਗਾ ਤੇ ਰੱਬ ਨੂੰ ਕੋਸਣ ਲੱਗਾ। ਰੱਬ ਇੱਕ ਵਾਰ ਫਿਰ ਪ੍ਰਗਟ ਤੋਂ ਆਏ। ਫਿਰ ਉਹਨਾਂ ਨੇ ਉਹਨੂੰ ਕਿਹਾ, ਮੂਰਖਾ, ਤੂੰ ਜੋ ਮੰਗਿਆ ਮੈਂ ਦਿੱਤਾ ਤਾਂ ਫਿਰ ਹੁਣ ਕਿਸ ਗੱਲ ਦਾ ਰੋਣਾ। ਤਾਂ ਕਿਸਾਨ ਕਹਿੰਦਾ, ਹੇ ਰੱਬਾ, ਮੈਂ ਜਿਵੇਂ ਮੰਗਿਆ ਤੂੰ ਉਵੇਂ ਦਿੱਤਾ, ਪਰ ਮੇਰੇ ਕਣਕ ਦੇ ਡਾਲ ਵਿੱਚ ਦਾਣੇ ਨਹੀਂ ਸਨ। ਇਹ ਕਿਉਂ ਨਹੀਂ ਸਨ? ਤਾਂ ਰੱਬ ਨੇ ਜਵਾਬ ਦਿੱਤਾ, ਤੂੰ ਉਸ ਨੂੰ ਆਪਣੇ ਪੈਰਾਂ 'ਤੇ ਕਦੇ ਖੜ੍ਹਾ ਹੀ ਨਹੀਂ ਹੋਣ ਦਿੱਤਾ, ਉਸ ਨੂੰ ਮੁਸੀਬਤਾਂ ਨਾਲ ਲੜਨ ਹੀ ਨਹੀਂ ਦਿੱਤਾ, ਤਾਂ ਉਹ ਕਮਜ਼ੋਰ ਪੈ ਗਿਆ। ਇਸ ਕਾਰਨ ਤੇ ਫਸਲ ਦੇਖਣ ਨੂੰ ਤਾਂ ਵਧੀਆ ਹੈ ਪਰ ਉਹ ਬਿਲਕੁਲ ਕਮਜ਼ੋਰ ਹੈ, ਉਸ ਵਿੱਚ ਕੁਝ ਵੀ ਨਹੀਂ, ਉਹ ਬਿਲਕੁਲ ਖੋਖਲੀ ਹੋ ਚੁੱਕੀ ਹੈ। ਸੰਘਰਸ਼ ਸਭ ਤੋਂ ਵੱਡੀ ਚੀਜ਼ ਹੈ। ਜੇ ਤੂੰ ਉਸ ਨੂੰ ਅੱਜ ਸੰਘਰਸ਼ ਕਰਨ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਉਹ ਬਹੁਤ ਵਧੀਆ ਫਸਲ ਬਣਦੀ। ਤੂੰ ਖੁਦ ਹੀ ਦੇਖ ਲੈ, ਤੇਰੇ ਨਾਲ ਦੇ ਕਿਸਾਨਾਂ ਦੀ ਫਸਲ ਕਿੰਨੀ ਵਧੀਆ ਨਿਕਲੀ ਹੈ ਕਿਉਂਕਿ ਉਹਨਾਂ ਦੀ ਫਸਲਾਂ ਨੇ ਮੌਸਮ ਦੇ ਹਿਸਾਬ ਨਾਲ ਸੰਘਰਸ਼ ਕੀਤਾ, ਪਰ ਤੇਰੀ ਫਸਲ ਨੇ ਨਹੀਂ। ਤਾਂ ਬੱਚਿਓ, ਇਹ ਕਹਿ ਕੇ ਰੱਬ ਉੱਥੋਂ ਚਲਾ ਗਿਆ। ਫਿਰ ਕਿਸਾਨ ਨੂੰ ਸਮਝ ਆ ਗਈ ਕਿ ਆਪਣੇ ਮੁਤਾਬਿਕ ਕੁਝ ਨਹੀਂ ਹੁੰਦਾ ਤੇ ਬਿਨਾਂ ਸੰਘਰਸ਼ ਤੋਂ ਵੀ ਕੁਝ ਨਹੀਂ ਹੁੰਦਾ। ਇਸ ਕਰਕੇ ਬੱਚਿਓ, ਲਾਈਫ ਵਿੱਚ ਉਤਾਰ ਚੜਾਵ ਆਉਂਦੇ ਰਹਿੰਦੇ ਨੇ। ਜੋ ਇਨਸਾਨ ਸੰਘਰਸ਼ ਕਰਦਾ ਹੈ ਉਹ ਆਪਣੀ ਮੰਜ਼ਿਲ ਨੂੰ ਹਮੇਸ਼ਾ ਪਾਉਂਦਾ ਹੈ।
ਤੇ ਇਹ ਗੱਲ ਨੂੰ ਧਿਆਨ ਰੱਖਿਓ, ਕਦੇ ਵੀ ਮੁਸੀਬਤ ਵੇਲੇ ਸੰਘਰਸ਼ ਨੂੰ ਹਾਰੋ ਨਾ ਤੇ ਨਾ ਹੀ ਖੁਦ ਹਾਰ ਮੰਨੋ। ਬਸ ਅੱਜ ਦੀ ਕਹਾਣੀ ਦੇ ਵਿੱਚ ਇੰਨਾ ਹੀ। ਜਲਦੀ ਹਾਜ਼ਰ ਹੋਵਾਂਗਾ ਤੁਹਾਡੇ ਲਈ ਬੱਚਿਓ ਅਗਲੀ ਕਹਾਣੀ ਲੈ ਕੇ।